13 साला मासूम बच्ची की मासूमियत के साथ वो जालिम खेलता रहा है। ਕੁੜੀ ਨੂੰ ਚਪੇੜ ਲਾਈ, ਇਸ ਕੁੜੀ ਪਿੱਛੇ ਡੇਗ ਗਈ। ਉਸ ਤੋਂ ਬਾਅਦ ਕੁੜੀ ਦੇ ਨਾਲ ਜ਼ਿਆਦਤੀ ਦਾ ਹੱਥ ਬੰਨੇ ਸੀ, ਮੂੰਹ ਬੰਨੇ ਤੋਂ ਨਾਲ ਜ਼ਿਆਦਤੀ ਕਰਨ ਲੱਗ ਪਿਆ। ਧਮਕੀ ਲਾਈ ਸੂ ਕਿ ਹਾਂ ਤੂੰ ਅਗਰ ਘਰ ਦੱਸਿਆ ਆਪਣੇ ਅੱਬੂ ਨੂੰ ਜਾਂ ਆਪਣੇ ਭੈਣਾਂ ਭਰਾਵਾਂ ਕਿਸੇ ਨੂੰ ਦੱਸੇ ਮੈਂ ਤੈਨੂੰ ਮਾਰ ਦਾਂਦਾ। ਜੱਜ ਅੱਗੇ ਇਹਨਾਂ ਨੂੰ ਪੇਸ਼ ਕੀਤਾ ਹੈ, ਸਾਡਾ ਵਕੀਲ ਨੇ ਅਸੀਂ ਕਮਜ਼ੋਰ ਹੈ ਕਿ ਹਾਂ ਸਾਡਾ ਵਕੀਲ ਨੇ ਅਸੀਂ ਗਰੀਬ ਅਸੀਂ ਵਕੀਲ ਨਹੀਂ ਕਰ ਸਕਦੇ ਆ। ਤੁਹਾਨੂੰ ਵਕੀਲ ਲੱਭਾ ਨਹੀਂ ਹੈ ਹਕੂਮਤ ਦੀ ਤਰਫੋਂ ਜਾਂ ਹੁੰਦਾ ਹੈ ਜਿਹਦੇ ਕਿਸੇ ਗਰੀਬ ਦਾ ਵਕੀਲ ਨਹੀਂ ਹੁੰਦਾ? ਕੋਈ ਨਹੀਂ ਸੀ। ਅਗਰ ਭਾਈ ਸਾਨੂੰ ਇਨਸਾਫ ਨਾ ਮਿਲਿਆਗਾ ਤੁਸੀਂ ਘਰ ਸਾਡੇ ਦੇਖ ਲਓ। ਅਸੀਂ ਮਰੀਮ ਨਵਾਜ਼ ਅੱਗੇ ਕਹਿ ਰਹੇ ਕਿ ਸਾਨੂੰ ਅਗਰ ਇਨਸਾਫ ਨਾ ਮਿਲਿਆ ਅਸੀਂ ਆਪਣੇ ਘਰ ਨੂੰ ਸਾਰੇ ਨਾਲ ਗਲਾ ਕੇ ਅਸੀਂ ਖੁਦ ਹੀ ਮਰ ਜਾਂਦੇ। ਅਸੀਂ ਕਿਸੇ ਨੂੰ ਕੁਛ नहीं कह, गरीब लोग कुछ नहीं कर सकते हैं। 13 साला मासूम बच्ची की मासूमियत के साथ वो जालिम खेलता रहा है, उसको नोचता रहा है, उसके साथ जुल्म करता रहा है और उसके बाद उसने धमकी दी कि अगर तुमने किसी को बताया तो तुम्हें मार दूंगा। बच्ची सिर्फ 200 रुपया उधार जो उसी के घर से लेके गई थी उसकी मां, वो लेने गई थी। इस वक्त हमारे साथ मौजूद हैं इस मासूम बच्ची की जिसके साथ जुल्म हुआ है, 13 साल बच्ची की बड़ी बहन, उनसे हम बात करते हैं। बहन जी बताइएगा ये सारा मामला इतना जुल्म की इंतहा कर दी आपकी इस मासूम बहन के साथ उस जालिम ने, ये सारा वाकया किस दिन का है और आप लोग कहाँ पे थे उस वक्त? ये दिन पीर ਦਾ ਵਾਕਿਆ ਹੈ ਲਾ। अच्छा ਇਹ ਪੀਰ ਦਾ ਵਾਕਿਆ। ਮੈਂ ਭਾਈ ਕੰਮ ਤੇ ਗਏ ਸੀ, ਗਰੀਬ ਲੋਕ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਖਾ ਰਹੇ ਆ। ਤੁਸੀਂ ਘਰ ਸਾਡਾ ਦੇਖ ਸਕਦੇ ਹੋ ਕਿਸ ਤਰ੍ਹਾਂ ਅਸੀਂ ਗੁਜ਼ਾਰਾ ਕਰੇ ਕਿ ਸਾਡੇ ਬਿਲਕੁਲ ਤੁਸੀਂ ਘਰ ਦੇ ਦੇਖ ਲਓ ਭਾਈ ਹਾਲਤ ਦੇਖ ਸਕਦੇ ਹੋ, ਬਿਲਕੁਲ ਦੇਖ ਰਹੇ ਹੋ। बिल्कुल बिल्कुल। ਮੈਂ ਉਸ ਦਿਨ ਭਾਈ ਕੰਮ ਤੇ ਗਈ ਸੀ, ਛੋਟੀ ਭੈਣ ਉਹ ਘਰ ਸੀ ਤੇ ਐਲੀ ਨਾ 200 ਰੁਪਇਆ ਉਧਰੋਂ ਲੈਣ ਗਈ ਹੈ। ਉਹਦੀ ਬੁੱਢੀ ਲੈ ਗਈ ਹਜ਼ਾਰਾ ਸਾਡੇ ਘਰੋਂ ਲੈ ਗਈ, ਉਧਰੋਂ ਲੈਣ ਗਈ ਪੈਸੇ। ਉਹਨੇ ਪੁੱਛਿਆ ਕਿ ਹਾਂ ਭਾਬੀ ਕਿੱਥੇ ਵੇ? ਉਹਨੇ ਕਿਹਾ ਕਿ ਕਮਰੇ 'ਚ। ਇਹ ਕਮਰੇ 'ਚ ਗਈ ਹੈ ਤੇ ਪਿੱਛੇ ਦਿੰਦਾਂ ਦੇ ਚਲਾ ਗਿਆ। ਜਿਸ ਤਰ੍ਹਾਂ ਪਿੱਛੇ ਨੂੰ ਹੋਈ ਤੇ ਪਿੱਛੇ ਇਸ ਨੂੰ ਅੰਦਰ ਕੁੰਡੇ ਕਹਿੰਦੀ ਬਾਈ ਕੀ ਕਰ ਰਿਹਾ ਪਿੱਛੇ ਮੈਨੂੰ ਘਰ ਜਾਣ ਦੋ। ਕੁੜੀ ਨੂੰ ਚਪੇੜ ਲਾਈ, ਇਸ ਕੁੜੀ ਪਿੱਛੇ ਡੇਗ ਗਈ। ਉਸ ਤੋਂ ਬਾਅਦ ਕੁੜੀ ਦੇ ਨਾਲ ਜ਼ਿਆਦਤੀ ਦਾ ਹੱਥ ਬੰਨੇ ਸੀ, ਮੂੰਹ ਬੰਨੇ ਤੋਂ ਨਾਲ ਜ਼ਿਆਦਤੀ ਕਰਨ ਲੱਗ ਪਿਆ। तो उस बाद फिर धमकी की लांदा रहे ਇਹਨੂੰ ਧਮਕੀ ਲਾਈ ਸੂ ਕਿ ਹਾਂ ਤੂੰ ਅਗਰ ਘਰ ਦੱਸਿਆ ਆਪਣੇ ਅੱਬੂ ਨੂੰ ਜਾਂ ਆਪਣੇ ਭੈਣਾਂ ਭਰਾਵਾਂ ਕਿਸੇ ਨੂੰ ਦੱਸੇ ਮੈਂ ਤੈਨੂੰ ਮਾਰ ਦਾਂਦਾ। ਤੇ ਇਹ ਇਸ ਤਰ੍ਹਾਂ ਉਹਨੇ ਦਰਿੰਦੀ ਕੀਤੀ ਨਾ, ਇਸ ਤਰ੍ਹਾਂ ਉਹਨੇ ਕੀਤੀ ਹੈ ਨਾ ਕਿ ਅਸੀਂ ਬਾਈ ਦੱਸ ਨਹੀਂ ਸਕਦੇ ਕਿਸ ਤਰ੍ਹਾਂ ਉਹਨੇ ਕੀਤੀ ਹੈ, ਕੈਸੇ ਉਹ ਦਰਿੰਦੇ ਨੇ ਦਿੰਦੀ ਕੀਤੀ ਹੁੰਦੀ ਹੈ ਬੱਚੀ ਦੇ ਨਾਲ। 13 ਸਾਲ ਬੱਚੀ ਦੀ ਉਮਰ, ਉਹਨੂੰ ਸ਼ਰਮ ਹਯਾ ਉਹਨੂੰ ਜਰੇ ਨਹੀਂ ਆਈ ਕਿ ਹਾਂ 4 ਬੱਚੇ ਉਸ ਭਾਈ ਦੇ। ਆਪਣੇ 4 ਬੱਚੇ ਨੇ? ਹਾਂਜੀ, 2 ਬੇਟੀਆਂ ਨੇ 2 ਬੇਟੇ ਵੇ ਉਸ ਭਾਈ ਦੇ। ਉਹਦੀ ਬੇਟੀਆਂ ਦੀ ਕਿੰਨੀ ਉਮਰਾਂ ਨੇ ਜੀ? ਹੈ ਕੋਈ 7 ਸਾਲ ਦੀ, 8 ਸਾਲ ਦੀ ਹੈ। ਇਹ ਵੀ ਬੇਟੀਆਂ ਬਜਾ ਸੀ ਨਾ ਉਹਦੇ, ਬੇਟੀਆਂ ਦੀ ਉਮਰ ਦੀ ਸੀ। ਹਾਂਜੀ। ਉਹਦੀ ਬੀਵੀ ਫਿਰ ਦੁਬਾਰਾ ਜਦ ਬਾਅਦ ਆਮਨੇ ਸਾਹਮਣੇ ਹੋਈ ਤੇ ਉਹਦੇ ਨਾਲ ਗੱਲਬਾਤ ਹੋਈ, ਉਹ ਕੀ ਕਹਿੰਦੀ ਹੈ ਆਪਣੇ ਖਾਮਨ ਦੇ ਬਾਰੇ ਚ? ਭਾਈ ਉਹਦੀ ਸਾਡਾ ਕੋਈ ਗੱਲਬਾਤ ਨਹੀਂ ਹੋਈ ਹੈ ਉਸ ਤੋਂ ਬਾਅਦ ਕਿ ਹਾਂ ਜਦੋਂ ਅਸੀਂ ਜਾ ਰਹੇ ਸੀ ਥਾਣੇ ਰਿਪੋਰਟ ਲਿਖਾਣ, ਉਹਦੀ ਬੀਵੀ ਆਪਣੀ ਬੀਵੀ ਨੂੰ ਐਡਾ ਦਰਿੰਦਾ ਐਡਾ ਕਿ ਤੇ ਆਪਣੀ ਬੀਵੀ ਨੂੰ ਲੈ ਕੇ ਵਾਪਸ ਆ ਰਿਹਾ। ਸਾਨੂੰ ਕੋਈ ਡਰ ਖੌਫ ਕੋਈ ਨਹੀਂ ਕਿ ਹਾਂ ਮੈਂ ਕੁਝ ਕੀਤਾ ਹੈ ਕਿ ਨਹੀਂ ਕੀਤਾ ਹੈਗਾ। ਜ਼ਿਆਦਤੀ ਕਰਕੇ ਹਾਂ ਕਿ ਆਪਣੀ ਬੀਵੀ ਨੂੰ ਲੈ ਕੇ ਵਾਪਸ ਆ ਰਿਹਾ ਸੀ। ਤੇ ਅਸੀਂ ਜੋ ਥਾਣੇ ਜਾ ਰਹੇ ਸੀ ਰਾਜ ਸਾਨੂੰ ਮਿਲਿਆ, ਉੱਥੋਂ ਪੁਲਿਸ ਵਾਲੇ ਨੇ ਉਹਨੂੰ ਫੜਿਆ। ਉਹ ਕੋ ਫੜਿਆ ਤਾਂ ਉਹ ਕਹਿ ਰਿਹਾ ਕਿ ਮੈਂ ਕੀ ਕੀਤਾ ਹੈ, ਮੈਨੂੰ ਕਿਉਂ ਫੜ ਕੇ ਲੈ ਕੇ ਜਾ ਰਹੇ ਹੋ? ਉਹਨੂੰ ਐਸੇ ਨੂੰ ਡਰ ਖੌਫ ਹੀ ਨਹੀਂ ਹੈ ਦੁਨੀਆ ਦੇ ਵਿੱਚ। ਕੋਈ ਦਰਿੰਦੇ ਜਿਹੜੇ ਜ਼ਿਆਦਤੀ ਕਰਨ ਉਹਨਾਂ ਜਿਹੜੇ ਜਿਨ੍ਹਾਂ ਨੇ ਦਿਨ ਬਤੇਰੇ ਜਿਸ ਤਰ੍ਹਾਂ ਮਰਜ਼ੀ ਬੱਚਿਆਂ ਨਾਲ ਕਰ ਜਾ ਰਹੇ ਆਲੇ। ये ऐसे जालिमों को इबरत का निशान बनाना चाहिए। ये बहन बता रही है, उस बच्ची की बड़ी बहन है ये। थाने में उसने भाई ये भी कबूल किया कि हाँ मेरे को गुनाह होया है। मैंने थाने से क्या हाँ अगर मेरे को गलती होगी मैंने माफ कर दो। गलती? हाँ जी, ये गलती है जी। एक 13 साल मासूम बच्ची की मासूमियत को कुचल दिया, मसल दिया, उसकी इज्जत तार तार कर दी और उस बंदे की गलती है। ऐसे 15 दिन ਹੋ ਗਏ ਭਾਈ ਸੁਣਿਆ ਕਿ ਪੀਰ ਦਾ ਵਾਕਿਆ ਤੁਸੀਂ ਸਕਿਆ ਅੱਜ ਕਿੰਨੀ ਤਰੀਕ ਭਾਈ ਹਿਸਾਬ ਕਰ ਲਓ। ਪੀਰ ਨੂੰ 10 ਤਰੀਕ ਸੀ। ਉਸ ਦਿਨ ਤੋਂ ਲੈ ਕੇ ਅੱਜ 15 ਦਿਨ 16 ਦਿਨ ਹੋ ਗਏ, ਫਿਰ ਹਜੇ ਕੋਈ ਸੁਰਤੀ ਹਾਲ ਨਹੀਂ ਕਰ ਰਹੀ ਹੈ ਇਸ ਗੱਲ ਦੀ। ਤੁਹਾਨੂੰ ਕੀ ਪਸੰਦ ਕਿ ਹੁਣ ਤੱਕ ਪੁਲਿਸ ਨੇ ਕੀ ਦੱਸਿਆ? ਕੋਈ ਸਾਨੂੰ ਕੋਈ ਪੁਲਿਸ ਕੋਈ ਪਤਾ ਨਹੀਂ ਚੱਲ ਰਿਹਾ ਕੀ ਕਹਿ ਰਹੇ ਕੀ ਨਹੀਂ ਕਹਿ ਰਿਹਾ ਹੈ। ਅੱਛਾ ਜੋ ਹਾਂ ਜੱਜ ਅੱਗੇ ਇਹਨਾਂ ਨੂੰ ਪੇਸ਼ ਕੀਤਾ ਹੈ, ਸਾਡਾ ਵਕੀਲ ਨੇ ਅਸੀਂ ਕਮਜ਼ੋਰ ਹੈ ਕਿ ਹਾਂ ਸਾਡਾ ਵਕੀਲ ਨੇ ਅਸੀਂ ਗਰੀਬ ਅਸੀਂ ਵਕੀਲ ਨਹੀਂ ਕਰ ਸਕਦੇ ਹੈ। ਅਸੀਂ ਨਹੀਂ ਕਰ ਸਕਦੇ ਵਕੀਲ ਕਿ ਹਾਂ ਅਸੀਂ ਵਕੀਲ ਖੜਾ ਕਰਕੇ ਹਾਂ ਹੁਣ ਅਸੀਂ ਵਕੀਲ ਨਹੀਂ ਕੀਤਾ। ਕੁੜੀ ਤੇ ਬੱਚੀ ਦੇ ਬਿਆਨ ਲਿੱਤੇ, ਉਹਨਾਂ ਦਾ ਵਕੀਲ ਬੱਚੀ ਤੇ ਪ੍ਰੈਸ਼ਰ ਪਾ ਰਹੇ ਸੀ, ਦਬਕੇ ਲਾ ਰਹੇ। ਅਗਰ ਅਸੀਂ ਉੱਥੇ ਬੋਲੇ ਕਿ ਹਾਂ ਬਈ ਤੁਸੀਂ ਕੀ ਕਰ ਰਹੇ ਹੋ, ਉਹ ਕਹਿੰਦੇ ਕਹਿ ਰਹੇ ਕਿ ਸਾਨੂੰ ਅੰਦਰੋਂ ਨਾ ਅਦਾਲਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਉਹਨਾਂ ਨੇ ਕਿ ਤੁਸੀਂ ਬਾਹਰ। ਹਾਂਜੀ ਦਬਕੇ ਲਾ ਕੇ ਹਾਂ ਚਲੋ ਤੁਸੀਂ ਬਾਹਰ ਸਾਰੇ ਪ੍ਰੈਸ਼ਰ ਚ ਨਿਕਲੋ ਇੱਥੋਂ ਬਾਹਰ ਅੰਦਰੋਂ। ਅੱਛਾ ਬੱਚੀ ਇਕੱਲੀ ਸੀ? ਹਾਂਜੀ ਬੱਚੀ ਆਪਣਾ ਕੋਈ ਵੀ ਨਹੀਂ ਸੀ ਕੋਲ? ਹਾਂਜੀ ਕੋਈ ਵੀ ਨਹੀਂ ਸੀ। ਵਕੀਲ ਇਹਨੂੰ ਡਰਾ ਰਹੇ ਹੈ? ਹਾਂਜੀ ਉਹਨਾਂ ਦੇ 2 ਵਕੀਲ ਸੀ, ਉਹਨਾਂ ਦੇ ਸਾਰੇ ਅੰਦਰ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਅੰਦਰ ਹੀ ਸੀ। तो ये उन्होंने ਤੁਹਾਨੂੰ वकील ਲੱਭਾ नहीं है हुकूमत की तरफों या ਹੁੰਦਾ ਹੈ ਜਿਹਦੇ ਕਿਸੇ ਗਰੀਬ ਦਾ ਵਕੀਲ ਨਹੀਂ ਹੁੰਦਾ? कोई नहीं से। अब यहाँ पर जरूरत पड़ती है हुकूमत की इन ऐसे गरीबों के लिए जिसने तो जुल्म किया। बकौल इनके कितने वकील थे जी? इनके 2 वकील थे और इस मासूम बच्ची को बकौल इनके ये बता रहे हैं कि वहां पर वो वकील प्रेशराइज कर रहे थे और जब इन्होंने एतराज किया तो इनको वहां से निकाल दिया गया। अब क्या इंसाफ मिलेगा इस मासूम बच्ची को? तो कहां है वो हुकूमती सतह पर या हुकूमत की तरफ से दिए जाना? कोई ऐसा सिस्टम होना चाहिए, कोई ऐसा मैकेनिज्म होना चाहिए
کہ FIR درج ہوگی, ملزم پکڑا گیا, اس کو پولیس نے اگر تفتیش میں گنہگار کیا یا نہ کیا, جو بھی صورت ہے, جب اس کو عدالت میں پیش کیا جائے تو ایسے غریبوں کے لیے وکیل کی بھی سہولت ہونی چاہیے. یہ کس کا کام ہے؟ بول کے انصاف دینا وہ چیز نہیں ہے. کوئی ایسا سسٹم بنایا کسی نے اب تک؟ بھائی جڑے بچی کو بیان لینے سی انہیں بچی کو بیان نہیں دیتے, الٹے بچی کو بیان لینے کہ ہاں کہ منڈے دے کنے بہن بھرا ہے, کنے سارے رشتے دار کیڑے آئے کیڑے نہیں آئے گے, کنے ملزم دے کمرے وے, کنے انہیں بچے وے, کنی بیوی دا نام دس, انہیں رشتے داروں نے پوچھے. بچی کو جڑے بیان ہے سی وہ بیان نہیں بچی کو بچی تے ظلم ہویا انہیں بارے ذکر بھی نہیں کیتا انہوں نے, اس بارے کوئی ذکر نہیں ہوا, انہیں بارے کوئی نہیں ذکر کیتا انہوں نے. یہ جی ہم اپیل کریں گے جی اپنے اس پروگرام کے ذریعے سے کہ ایسے لوگوں کو جو بیچارے غریب بھی ہیں, جو اتنا نہیں سمجھ رکھتے عدالتوں کا یا تھانوں کے معاملات کا, تو ان کو ایٹ لیسٹ کچھ ایسا سسٹم بن جائے. یہ نہیں کہ ہر کسی کو علیحدہ جو ہے وکیل, ظاہر ہے وہ پاسبلٹی نہیں ہے, لیکن کوئی ایسا رہنمائی کرنے والا یا پولیس ڈپارٹمنٹ میں یا کچھ اس طرح کا عدالتوں میں ان لوگوں کو ریلیف ملے کہ ان کا کوئی وکیل ہو جو ان کو گائیڈ کر سکے, جو ان کو صحیح رستہ دکھا سکے اور ان کا کیس لڑ سکے. ان کے پاس کوئی وکیل نہیں ہے, تو اب کیا سزا ملنی ہے اس ظالم کو؟ کاندھی بھائی نو سزا ملنی, کی سزا ملی؟ اج 15-16 دن ہو گئے اس ملزم نے پھڑنے کی, انہیں نہ کوئی ماریا, کوئی کچھ کیا, کوئی زیادتی نہیں. وہ تو ساڑھے نہ سامنے کھلور کے چنگا بھلا ٹوریا جو کچہری گئے, بالکل صحیح سامنے آ کر کے سگوں کو کھلو رہے ساڈے. انہوں سزا کی ملنی ہے؟ اسی اگے مریم اگے گزارا, مریم نواز اگے کیا سی کہ ہاں ساڈا کیس اسی والے کو صرف جٹھا کو جانا چاہیے, ساڈا کیس اندے کو جائے. ٹھیک ہے, ساڈے پولیس پنجاب دے یقین ہے, ٹھیک ہے, پر پھر بھی ساڈا کیس نہ اندے ظفر جٹھا کو جائے. ساڈا کیس CCTV کو ساڈا کیس ہے, کنے ساڈے کنے بھائی آئے بیان ہے. اسی ہر ویڈیو چ کہ ہاں مریم نواز اگے ساڈی گل, ساڈی ماں اگے اگر اپنی ماں ہے نا ساڈی, تو سانو اپنی بیٹیاں نوں انصاف چاہیے. اگر بھائی سانو انصاف نہ ملے گا تو گھر ساڈے دیکھ لو, اسی مریم نواز اگے کہہ رہے کہ سانو اگر انصاف نہ ملے اسی اپنے گھر نوں سارے نال گلا کے اسی خود ہی مر جاندے. اسی کسے نوں کچھ نہیں کہہ سکتے, غریب لوگ ہیں, اسی کسے نوں کوئی کچھ نہیں کر سکتے ہیں. کیا سانو اگر انصاف نہ ملے اسی اپنے خود اپنے گھر نوں خود لا کے اسی مر جاندے. یہ کوئی ہے کہ عزت ہے نا, عزت چلی گئی غریب انسان کی, اور کی ہے ساڈے تے عزت ہی ہے نا. ساڈا اگر سوچ ساڈے غریب انسان کو اور کی ہے. مریم نواز صاحبہ, آپ سے گزارش ہے کہ باتیں نہیں عملی طور پر بھی کر کے دکھائیں کہ آپ کی ریڈ لائن ہے معصوم عورتیں, بچے, بچیاں. تو ہر بار ریڈ لائن جو ہے کراس ہوتی ہے, ہر بار یہ ریڈ لائن جو ہے اس کو کراس کیا جاتا ہے. یہ جو بہن رو رہی ہیں, اس کے جو آنسو ہیں, کوئی ہے جو ان کے آنسوؤں کا حساب لے سکے؟ یہ آنسو اس لیے بھی ہیں کہ اس پر ظلم ہوا, اور یہ آنسو اس لیے بھی ہیں کہ ہمارا سسٹم ان غریبوں کو پیس رہا ہے. کوئی ہے جو ہمارے سسٹم کو بہتر کر سکے؟ باتیں کر لینا بہت آسان ہے, کہیں جا کر دورہ کر لینا آسان ہے. 15 سے 20 دن ہو گئے ہیں تقریباً یہ بہن, ان کے گھر والے یہ غربت میں رہتے ہوئے, ایک تو غریبی ان کو مارتی ہے, غربت مارتی ہے, اور اوپر سے ظالم ظلم کرتے ہیں. اوپر سے انصاف لینے کے لیے یہ لوگ در بدر کی ٹھوکریں کھاتے ہیں. تو آپ سے گزارش ہے کہ باتیں نہیں عملی طور پر کچھ کر کے دکھائیں. ایسی غریب بہنوں کا, ماؤں کا ان کا خیال رکھیں, ان کی دعا لیں. اور ہمارا جو سسٹم ہے وہ بس یہ کچھ کتنا, اب ہم تو آواز ہی بلند کر سکتے ہیں, یہ روئیں گی, دھکے کھائیں گے یہ لوگ, آخر میں کیا ہوگا اگر انصاف نہیں ملے گا تو بس وہ ہمت ہار کے بیٹھ جائیں گے. تو یہی ظلم ہے. اسی بھائی ہمت ہار کے نہیں, اسی اپنے آپ خود ہی مر جانے. اگر مجرم نوں سزا نہ انہوں گولی نہ وجی بھائی اس خود ہی آپ ہی مر جانے. نہیں, ہم تو کبھی کچھ نہیں کر سکتے, ہم تو یہ کبھی بھی نہیں کہیں گے کہ ایسا کریں. ہم تو یہی چاہتے ہیں ان کو انصاف ملے, اور کبھی بھی نہ کبھی اپنے آپ کو نقصان پہنچے. بہن جی انشاءاللہ اللہ خیر کرے گا, اللہ رحم کرے گا تو انصاف ملے گا. لیکن یہ اس بہن کی آہو پکار ہے جس بہن کی چھوٹی بہن کے ساتھ ظلم کی انتہا ہوئی ہے. اور اوپر سے زیادہ ظلم یہ ہے کہ جب ان کو پتہ لگتا ہے کہ ملزم کو کوئی سزا نہیں مل رہی, وہی سسٹم ہے, قانونی پیچیدگیاں وہ بچ جائے گا, تو یہ اپنے آپ کو کہہ رہی ہیں جی کہ ہم اپنے آپ کو نقصان پہنچا لیں گے. ایک غریب ایک کمرے کا گھر ہے, تو ہم چاہیں گے کبھی بھی ایسا نہ ہو, یہ اپنے آپ کو کبھی بھی نقصان نہ پہنچائیں, کبھی بھی قانون کو یہ ہاتھ میں نہ لیں. ہاں, قانون حرکت میں آئے اور اس بہن کو, اس کی چھوٹی بہن کو انصاف دلائے. باتیں نہیں عملی طور پر کر کے دکھائیں. یہ بار بار بہن کہہ رہی ہے, بارہا یہ وزیر اعلیٰ پنجاب مریم نواز صاحبہ سے اپیل کر چکی ہیں, تو یہ اپیل کب سنی جائے گی, کب ان کی داد رسی ہوگی, کب ایک 13 سالہ معصوم بچی کو انصاف ملے گا؟ اس دعا کے ساتھ کہ اللہ تعالی ہم سب پر رحم کرم اور فضل فرمائے. اللہ تعالی ہمیں ہر طرح اور ہر کسی کے شر سے بچائے. مجھے اجازت دیجیے گا. اللہ حافظ.